Balances of stores should not be held in excess of the requirements of a reasonable period or in excess of any prescribed maximum limit. In order to ensure the observance of this rule, a periodical inspection should be made by a responsible government employee who must submit a report of surplus, unserviceable, and obsolete stores to the authority competent to issue orders for their disposal. The inspection should, unless there be good reason to the contrary, be made 6 monthly in the case of perishable stores and once a year in the case of other stores. Stores remaining in stock for over a year should be considered surplus unless there is any good reason to treat them otherwise. ਹੂੰ ਹੁਣ ਕੀ ਕਹਿੰਦੇ ਜੀ ਸਟੋਰ ਦੇ ਵਿੱਚ ਸਮਾਨ ਰੱਖਣਾ ਹੈ, ਸਮਾਨ ਸਾਡੇ ਕੋਲ ਹੈਗਾ ਹੈ, ਮੰਗਾਇਆ ਹੋਇਆ ਅਸੀਂ, ਰਿਕੁਆਇਰਮੈਂਟ ਤੋਂ ਵੱਧ ਨਾ ਹੋਵੇ। ਜੇ ਸਾਲ ਦੇ ਵਿੱਚ ਤੁਹਾਡੀ 10 ਚੀਜ਼ਾਂ ਯੂਜ਼ ਹੁੰਦੀਆਂ ਤਾਂ 10 ਹੀ ਹੋਣ ਤੁਹਾਡੇ ਕੋਲ, ਰਿਕੁਆਇਰਮੈਂਟ ਤੁਹਾਡੀ 10 ਦੀ ਹੈ। ਜਾਂ ਫਿਰ ਮੈਕਸਿਮਮ ਲਿਮਿਟ ਲਾਤੀ ਕਿ ਕੋਈ ਚੀਜ਼ ਤੁਸੀਂ ਮੰਨ ਲਓ 20 ਇਨ ਕੁਆਂਟੀਟੀ ਰੱਖ ਸਕਦੇ ਹੋ, ਤੁਸੀਂ ਉਹ 20 ਤੋਂ ਵੱਧ ਨਾ ਰੱਖੋ, ਮੈਕਸਿਮਮ ਲਿਮਿਟ ਤੋਂ ਪਾਰ ਨਹੀਂ ਜਾਣਾ ਚਾਹੀਦਾ, ਪਹਿਲੀ ਗੱਲ। ਹੁਣ ਇਸ ਚੀਜ਼ ਨੂੰ ਇੰਸ਼ੋਰ ਕਿਵੇਂ ਕਰਨਗੇ ਵੀ ਵੱਧ ਨਹੀਂ ਹੈਗਾ ਸਟੋਰ? ਤੁਸੀਂ ਕਿਵੇਂ ਇੰਸ਼ੋਰ ਕਰਦੇ ਹੋ ਵੀ ਤੁਹਾਡੇ ਕੋਲ ਰਸੋਈ ਦੇ ਵਿੱਚ ਤੁਸੀਂ ਮੰਨ ਲਓ ਘਰੇ ਸਮਾਨ ਲੈਣੇ ਹੋ, ਹੈ ਨਾ, ਕਿਵੇਂ ਇੰਸ਼ੋਰ ਕਰੋਗੇ ਵੀ ਸਮਾਨ ਆ ਜਿਹੜਾ ਉਹ ਵੱਧ ਨਹੀਂ ਹੈਗਾ ਜਾਂ ਘੱਟ ਹੈ ਜਾਂ ਕਿਵੇਂ ਆ? ਤੁਸੀਂ ਰਸੋਈ ਜਾ ਕੇ ਚੈੱਕ ਕਰੋਗੇ, ਹੈ ਨਾ। ਤੁਸੀਂ ਮੰਨ ਲਓ ਕਿਲੋ ਸਮਾਨ ਲਏ, ਕਿਲੋ ਦਾਲ ਲਏ, ਤੁਸੀਂ ਦੇਖਿਆ ਉਹ ਮਹੀਨਾ ਕੱਢ ਜਾਂਦੀ ਹੈ, ਠੀਕ ਹੈ। ਹੁਣ ਤੁਸੀਂ ਘਰੇ ਜੋ ਤੁਹਾਡਾ ਸਰਵੈਂਟ ਸੀ ਉਹਨੂੰ ਕਹਿਤਾ ਵੀ ਕਿਲੋ ਤੂੰ ਲੈ ਕੇ ਆਉਣੀ ਹੈ, ਹੁਣ ਉਹ 1.5 ਕਿਲੋ ਲਈ ਬੈਠਾ ਜਾਂ 2 ਕਿਲੋ ਲਈ ਬੈਠਾ, ਤੁਹਾਨੂੰ ਕਿਵੇਂ ਪਤਾ ਚੱਲੂਗਾ ਜਦੋਂ ਤੁਸੀਂ ਇੰਸਪੈਕਸ਼ਨ ਕਰੋਗੇ? Similar is the case with the stores. Whenever you have to ensure that the store is not in excess of the requirement or over the maximum limit, you have to do the inspection. ठीक है। दूसरी गल कहते periodical there must be an inspection by a responsible government employee. ਜਦੋਂ inspection ਹੋਗੀ ਉਹ ਰਿਪੋਰਟ ਤਿਆਰ ਕਰੂਗਾ। ਸਰਕਾਰ ਦੇ ਵਿੱਚ ਤਾਂ ਹੀ ਹੁੰਦਾ ਜਦੋਂ ਕੋਈ ਕੰਮ ਕਰਦੇ ਅਸੀਂ ਰਿਪੋਰਟ ਤਿਆਰ ਕਰਦੇ ਹਾਂ, ਸਾਡੀ ਡਿਊਟੀ ਲੱਗਦੀ ਅਸੀਂ ਰਿਪੋਰਟ ਤਿਆਰ ਕਰਕੇ ਦਿੰਦੇ ਹਾਂ। ਉਹ ਗਵਰਨਮੈਂਟ ਇੰਪਲਾਈ ਦੀ ਡਿਊਟੀ ਲੱਗੀ ਸੀ ਸਰਪਲਸ ਸਟੋਰ ਚੈੱਕ ਕਰਨ ਵਾਸਤੇ, ਉਹਨੇ ਰਿਪੋਰਟ ਬਣਾ ਕੇ ਤਿਆਰ ਕੀਤੀ ਤੇ ਦੱਸਤਾ ਕਿ ਇੰਨੇ ਜੀ ਸਰਪਲਸ ਸਟੋਰ ਹੈ ਐਂਡ ਦਿਸ ਮੈਨੀ ਵੀ ਹੈਵ ਅਨਸਰਵਿਸੇਬਲ ਐਂਡ ਆਬਸੋਲੀਟ ਆਈਟਮਸ ਇਨ ਆਵਰ ਸਟੋਰਸ, ਠੀਕ ਹੈ, ਐਂਡ submitted the said report to the competent authority. That competent authority can get rid of those items, है ना, dispose कर सकती है ਉਹਨੂੰ। ਦੂਜੀ ਗੱਲ कहती ਹੁਣ ਪੀਰੀਓਡਿਕਲ ਇੰਸਪੈਕਸ਼ਨ ਕਰਨੀ ਹੈ ਕਿੰਨੇ ਸਮੇਂ ਬਾਅਦ ਕਰਨੀ ਹੈ? ਫॉर ਪੈਰੀਸ਼ੇਬਲ ਸਟੋਰਸ the period is 6 months. After 6 months half yearly you have to inspect the stores for perishable items. ਪੈਰੀਸ਼ੇਬਲ ਆਈਟਮਸ ਕਿਹੜੀਆਂ ਹੋਈਆਂ ਜੀ? ਜਿਹੜੀਆਂ ਖਰਾਬ ਹੋ ਸਕਦੀਆਂ, ਹੈ ਨਾ, ਖਰਾਬ ਹੋ ਸਕਦੀਆਂ। ਦੇਖੋ ਜਿਵੇਂ ਮੈਂ ਸਧਾਰਨ ਜ਼ਿੰਦਗੀ ਦੇ ਵਿੱਚ ਕੋਈ ਖਾਣ ਪੀਣ ਦੀ ਚੀਜ਼ ਲੈ ਲਈ, ਤੁਸੀਂ ਉਹਦੀ ਪੈਰੀਸ਼ੇਬਲ ਦੀ ਗੱਲ ਕਰੀਏ, ਤੁਸੀਂ ਦਾਲ ਲੈ ਲਈ ਕੋਈ, ਉਹ ਛੇਤੀ ਛੇਤੀ ਖਰਾਬ ਨਹੀਂ ਹੋਊਗੀ, ਹਾਂ। ਤੁਸੀਂ ਸਬਜ਼ੀ ਲੈ ਲਈ, ਟੋਮੇਟੋ ਲੈ ਲਈ, ਉਹ 2 ਨਹੀਂ 4 ਦਿਨ ਚੱਲ ਜਾਣਗੇ, ਉਹ ਤੋਂ ਬਾਅਦ ਖਤਮ, ਠੀਕ ਹੈ। ਤਾਂ ਲੌਂਗ ਲਾਸਟਿੰਗ ਤੇ ਪੈਰੀਸ਼ੇਬਲ ਤੇ ਨਾਨ ਪੈਰੀਸ਼ੇਬਲ 'ਚ ਫਰਕ ਜਿਹਾ ਹੋ ਜਾਂਦਾ ਥੋੜ੍ਹਾ ਜਿਹਾ ਕਿ ਪੈਰੀਸ਼ੇਬਲ ਹੈ ਉਹ ਛੇਤੀ ਖਰਾਬ ਹੋ ਜਾਂਦੀ ਹੈ, ਖਤਮ ਹੋ ਜਾਂਦੀ ਹੈ। ਜਿਹੜਾ ਅਦਰ ਸਟੋਰ ਹੈ ਜਿਹਦੀ ਅਸੀਂ ਡੈਫੀਨੇਸ਼ਨ 15.9 'ਚ ਕਰਕੇ ਆਏ ਹਾਂ, that you have to inspect every year once, ਠੀਕ ਹੈ। ਤੀਜੀ ਗੱਲ ਹੋ ਗਈ। ਚੌਥੀ ਗੱਲ ਕੀ ਕਹਿੰਦੇ, ਸਰਪਲਸ ਕਿਹਨੂੰ ਕਹੋਗੇ? ਕੋਈ ਐਸਾ ਸਟੋਰ ਹੈ ਜਿਹੜਾ ਤੁਸੀਂ ਸਟਾਕ 'ਚ ਲਿਆ ਕੇ ਰੱਖਿਆ ਹੋਇਆ ਤੇ 1 ਸਾਲ ਹੋ ਗਿਆ ਵਿਚਾਰਾ ਪਿਆ ਹੀ ਹੈ, ਪੁੱਛਿਆ ਹੀ ਨਹੀਂ ਉਹਨੂੰ ਕਿਸੇ ਨੇ, ਖੁੰਝੇ ਤੇ ਲੱਗਿਆ ਪਿਆ ਕਿਤੇ,
ਉਹ ਤੁਹਾਡਾ ਸਰਪਲਸ ਹੋ ਗਿਆ। ਅਲਮਾਰੀ 'ਚ ਕੱਪੜੇ ਪਏ ਤੁਹਾਡੇ ਲਿਆ ਕੇ ਰੱਖੇ ਹੋਏ ਜਾਂ ਸ਼ੂਜ਼ ਲਿਆ ਕੇ ਰੱਖੇ ਹੋਏ, ਉਹ 1.5-2 ਸਾਲ ਹੋ ਗਏ ਵਿਚਾਰਿਆਂ ਦੀ ਬਾਰੀ ਨਹੀਂ ਆਈ ਕਦੇ, ਦੈਟ ਮੀਨਸ ਦੇ ਵਿਲ ਨਾਟ ਬੀ ਯੂਜ਼ਡ ਐਨੀ ਲੋਂਗਰ, ਦੇ ਆਰ ਸਰਪਲਸ। ਜਦੋਂ 1.5-2 ਸਾਲ ਤੋਂ ਨਹੀਂ ਪਾਇਆ ਹੁਣ ਕਿੱਥੇ ਪਾਲੋਗੇ, ਹੈ ਨਾ। ਸੋ ਇੱਕ ਇੱਕ ਜਿਹੜੀ ਡੈਫੀਨੇਸ਼ਨ ਹੈ ਸਰਪਲਸ ਦੀ, ਉਹ ਤੁਸੀਂ ਕਹਿ ਸਕਦੇ ਹੋ 15.18 'ਚ ਦਿੱਤੀ ਹੋਈ ਹੈ, ਠੀਕ ਹੈ। ਹਾਲਾਂਕਿ ਇਹ ਆਉਂਦੀ ਨਹੀਂ ਹੈਗੀ, ਬਟ ਯੂ ਨੈਵਰ ਨੋ, ਡੋਂਟ ਜੱਜ ਦ ਐਗਜ਼ਾਮ, ਬੀ ਪ੍ਰਿਪੇਅਰ ਕਿ ਹਾਂ ਸਰਪਲਸ ਜਿੱਥੇ ਤੁਹਾਨੂੰ ਕਿਹਾ ਹੋਇਆ ਡੈਫੀਨੇਸ਼ਨ ਜਿਹੜੀ ਉਹ 15.18 'ਚ ਦਿੱਤੀ ਹੋਈ ਹੈ। ਹਾਂਜੀ ਅੱਗੇ ਦੇਖੀਏ, ਹਾਂਜੀ ਇਹ ਦੇਖੋ 15.19। When a priced inventory is maintained, it is essential that the values recorded therein shall not be materially in excess of the market value of the stores. The head of the department concerned must issue instructions to govern the fixation of prices with reasonable accuracy, the periodical review and revision of rates, and the agency to be employed in periodical revaluations. अगला भी पढ़ लो, नोट पढ़ लो। The market value of an article for this purpose means the cost per unit at which the article or an article of a similar description can be procured at a given time at the store's godown from some suitable public markets. It should be inclusive of carriage and incidental charges, and may even include reasonable provision for wastage, breakage, and depreciation when these are inevitable. 15.19 ਜੀ ਕਹਿੰਦੇ, ਹੁਣ ਅਸੀਂ ਗੱਲ ਕੀਤੀ ਸੀ ਕਿ ਕਿਸੇ ਜਗ੍ਹਾ ਪ੍ਰਾਈਸਡ ਇਨਵੈਂਟਰੀ ਰੱਖੀ ਜਾਊਗੀ, ਮਤਲਬ ਇੱਕ ਐ ਲਿਸਟ ਬਣੀ ਹੋਊਗੀ, ਉਹਦੇ ਵਿੱਚ ਹੀ ਲਿਖੀ ਹੋਊਗੀ ਆਹ ਚੀਜ਼ ਪਈ ਹੈ ਸਾਡੇ ਕੋਲ, ਆਹ ਪਈ ਹੈ, ਆਹ ਪਈ ਹੈ, ਇਹਦਾ ਰੇਟ ਆ, ਇਹਦਾ ਰੇਟ ਆ, ਇਹਦਾ ਰੇਟ ਆ, ਇਹਦਾ ਆਹ ਪ੍ਰਾਈਸ ਹੈ, ਆਹ ਚੀਜ਼ ਪਈ ਹੈ, ਇਹਦਾ ਰੇਟ ਆ, ਹੈ ਨਾ, ਆਹ ਇੰਨੀ ਕੁਆਂਟੀਟੀ ਪਈ ਸਾਡੇ ਕੋਲ, ਜੋ ਵੀ ਪ੍ਰਾਈਸ ਇਨਵੈਂਟਰੀ ਅਸੀਂ ਰੱਖ ਲਈ। ਤਾਂ ਉਹਦੇ ਵਿੱਚ ਜਿਹੜੀ ਤੁਸੀਂ ਵੈਲਿਊ ਰਿਕਾਰਡ ਕੀਤੀ ਹੈ ਉਹਦਾ ਬੜਾ ਮੁੱਲ ਹੈ ਕਹਿੰਦੇ। ਉਹ ਵੈਲਿਊ ਜਿਹੜੀ ਰਿਕਾਰਡ ਕਰਨੀ ਹੈ ਮਾਰਕੀਟ ਵੈਲਿਊ ਤੋਂ ਉੱਤੇ ਨਹੀਂ ਹੋਣੀ ਚਾਹੀਦੀ, ਠੀਕ ਹੈ। ਤਾਂ HOD ਨੇ ਇੰਸਟਰਕਸ਼ਨਾਂ ਜਾਰੀ ਕਰਨੀਆਂ ਕਿ ਤੁਸੀਂ ਪ੍ਰਾਈਸ ਫਿਕਸੇਸ਼ਨ ਕਿਵੇਂ ਕਰਨੀ ਹੈ ਰੀਜ਼ਨੇਬਲ ਐਕੂਰੇਸੀ ਨਾਲ, ਜਾਂ ਪੀਰੀਓਡਿਕਲ ਰਿਵਿਊ ਜਾਂ ਰਿਵੀਜ਼ਨ ਆਫ ਰੇਟਸ ਕਿਵੇਂ ਕਰਨਾ, ਕਿਉਂਕਿ ਮਾਰਕੀਟ ਵੈਲਿਊ ਤਾਂ ਘੱਟ ਵੱਧ ਹੁੰਦੀ ਰਹਿੰਦੀ ਹੈ, ਐਵੇਂ ਹੀ ਤੁਹਾਡੀ ਰਿਵੀਜ਼ਨ ਹੁੰਦੀ ਰਹੂਗੀ। ਕਿਹੜੀ ਏਜੰਸੀ ਇੰਪਲਾਈ ਕਰਨੀ ਹੈ ਪੀਰੀਓਡਿਕ ਰੀਵੈਲਿਊਸ਼ਨ ਵਾਸਤੇ, ਹੈ ਨਾ, ਕੌਣ ਕਰੂਗਾ, HOD ਨੇ ਇਹ ਹਦਾਇਤ ਜਾਰੀ ਕਰਨੀ ਹੈ। ਮਾਰਕੀਟ ਵੈਲਿਊ ਦੇ ਵਿੱਚ ਕੀ ਕੁਛ ਆ ਗਿਆ, ਆਮ ਤੌਰ ਤੇ ਜੇ ਉਹੀ ਚੀਜ਼ ਅਸੀਂ ਮਾਰਕੀਟ ਵਿੱਚੋਂ ਲੈਣ ਜਾਈਏ, ਨੇੜਲੀ ਜਿਹੜੀ ਸਾਡੀ ਮਾਰਕੀਟ ਹੋਊਗੀ ਪਬਲਿਕ ਮਾਰਕੀਟ, ਕਿੰਨੇ ਦੀ ਮਿਲੂਗੀ, ਉਹ ਸਾਡੀ ਮਾਰਕੀਟ ਵੈਲਿਊ ਹੋਊਗੀ। ਉਹਦੇ ਵਿੱਚ ਕੈਰੀਏਜ ਤੇ ਇਨਸੀਡੈਂਟਲ ਚਾਰजेस ਆ ਜਿਹੜੇ ਉਹ ਇਨਕਲੂਡਡ ਹੋਣਗੇ। ਹੁਣ ਸਮਾਨ ਤਾਂ ਲੈ ਲਿਆ ਮਾਰਕੀਟ ਦੇ ਵਿੱਚੋਂ, ਉਹ ਪਹੁੰਚ ਵੀ ਤਾਂ ਕਰਨੀ ਹੈ ਨਾ, ਠੀਕ ਹੈ, ਤਾਂ ਕੈਰੀਏਜ ਇੰਕਲੂਡ ਹੋਊਗਾ। ਕੋਈ ਹੋਰ ਇਨਸੀਡੈਂਟਲ ਚਾਰजेस ਹੈ, ਪੈਕਿੰਗ ਕਰਨੀ ਹੈ, ਐਂ ਆ ਨਹੀਂ ਸਕਦੀ ਚੀਜ਼, ਇਨਸੀਡੈਂਟਲ ਚਾਰਜ ਇੰਕਲੂਡ ਕਰਕੇ ਚੱਲੋ। ਈਵਨ ਉਹਦੇ ਵਿੱਚ ਪ੍ਰੋਵੀਜ਼ਨ ਵੀ ਰੱਖ ਸਕਦੇ ਹੋ, ਬੁੱਕ ਕੀਪਿੰਗ 'ਚ ਪੜੋਗੇ ਪ੍ਰੋਵੀਜ਼ਨ ਕੀ ਹੁੰਦਾ, ਪ੍ਰੋਵੀਜ਼ਨ ਰੱਖ ਸਕਦੇ ਹੋ ਕਾਹਦੀ, ਵੇਸਟੇਜ ਦੀ, ਬ੍ਰੇਕੇਜ ਦੀ ਜਾਂ ਡੈਪਰੀਸੀਏਸ਼ਨ ਦੀ, ਜਦੋਂ ਇਹ ਇਨਐਵਿਟੇਬਲ ਹੋਵੇ। ਇਨਐਵਿਟੇਬਲ ਮਤਲਬ ਜੇ ਤੁਸੀਂ 50 ਆਈਟਮ ਲਿਆਏ ਹੋ ਪੱਕਾ ਹੀ ਹੈ 5-10 ਟੁੱਟਣਗੀਆਂ, ਬ੍ਰੇਕੇਜ ਹੋਊਗੀ। ਤਾਂ ਤੁਸੀਂ ਬ੍ਰੇਕੇਜ ਵੀ ਇੰਕਲੂਡ ਕਰੋਗੇ ਨਾ ਮਾਰਕੀਟ ਵੈਲਿਊ 'ਚ, ਵੀ ਅਸੀਂ ਜੇ 100 ਆਈਟਮਾਂ ਲਿਆਉਂਦੇ ਸਾਡੇ ਕੋਲ 95 ਪਹੁੰਚਦੀ। ਉਹ ਤੋਂ ਬਾਅਦ ਦੇਖੋ ਜੀ 15.20, All profits and losses due to revaluation, stock taking, or other costs should be duly recorded and adjusted where necessary. ਹਾਂਜੀ ਹੁਣ ਕੀ ਕਹਿੰਦੇ ਆ, ਹੁਣ ਸਮੇਂ ਸਿਰ ਰੀਵੈਲਿਊਸ਼ਨ ਕਰਨੀ ਹੈ, ਉਹ ਤੇ ਪ੍ਰੋਫਿਟ ਲਾਸ ਵੀ ਤਾਂ ਹੋਊਗਾ ਕੁਛ ਨਾ ਕੁਛ। ਬੁੱਕਸ 'ਚ ਕਿਵੇਂ ਐਡਜਸਟ ਕਰੋਗੇ ਜੀ, ਅੱਜ ਤੁਸੀਂ ਚੀਜ਼ 100 ਰੁਪਏ ਦਿਖਾਈ ਹੋਈ ਹੈ, ਕੱਲ ਉਹੀ ਚੀਜ਼ 90 ਰੁਪਏ ਲੈ ਗਈ, 10 ਰੁਪਏ ਦਾ ਲਾਸ ਹੋ ਗਿਆ ਨਾ, ਉਹ ਕਿਵੇਂ, ਉਹਦਾ ਕੀ ਕਰਨਾ ਕਹਿੰਦੇ, ਉਹਨੂੰ ਰਿਕਾਰਡ ਕਰੋ ਤੇ ਐਡਜਸਟ ਕਰੋ, ਜਿੱਥੇ ਨੈਸੈਸਰੀ ਹੈਗਾ ਉਹਨੂੰ ਰਿਕਾਰਡ ਕਰਕੇ ਐਡਜਸਟ ਕਰੋ। So stock taking मतलब ਸਟਾਕ ਲੈਣਾ ਕਿਸੇ ਚੀਜ਼ ਦਾ, ਹੈ ਨਾ, ਤੁਸੀਂ ਉਹ ਪੜਿਆ ਹੋਊਗਾ ਆਪਣਾ
प्राइम मिनिस्टर टुक स्टॉक ऑफ द सिचुएशन, है ना। ठीक है सर। ਫਲੱਡਸ ਵਗੈਰਾ ਆ ਗਏ, ਮਤਲਬ ਤੁਸੀਂ ਜਾਇਜ਼ਾ ਲਿਆ ਕਿਸੇ ਚੀਜ਼ ਦਾ, ਸਟੋਰ 'ਚ ਪਿਆ ਸੀ, ਤੁਸੀਂ ਜਾਇਜ਼ਾ ਲਿਆ ਸਾਰਾ, ਗਿਣਤੀ ਕਰਕੇ ਦੇਖੀ, ਉਹ 'ਚ ਕੁਝ ਘੱਟ ਪਾਇਆ, ਲਾਸ ਹੋ ਗਿਆ। ਅੱਗੇ ਦੇਖੋ ਜੀ। $15.21 ऑडिट। Section 17 of the Comptroller and Auditor General's Act 1971 authorizes the Comptroller and Auditor General of India to audit and report on the accounts of stores and stock kept in any office or department of the state government in accordance। ਬਸ ਇਹਦੇ ਵਿੱਚ ਕੀ ਹੈ, ਸਾਨੂੰ ਪਤਾ ਹੈ ਕਿਆ ਐਕਟ 1971 ਜਾਰੀ ਹੋਇਆ, ਉਹਦੇ ਅਧੀਨ ਹੀ ਉਹਦੇ ਕੋਲ ਲਿਖਿਆ ਹੋਇਆ ਵੀ ਕਿਹੜੀ ਚੀਜ਼ ਦਾ ਆਡਿਟ ਕਰਨਾ, ਕਿਹੜਾ ਨਹੀਂ ਕਰਨਾ। ਸੈਕਸ਼ਨ 17 ਚ ਲਿਖਿਆ ਕਿ ਸਟੋਰ ਦਾ ਆਡਿਟ ਵੀ ਕਰਨਾ, ਸਟਾਕ ਦਾ ਆਡਿਟ ਕਰਨਾ। ਠੀਕ ਹੈ ਜੀ, ਮਤਲਬ ਕੈਗ ਕੋਲੇ ਪਾਵਰ ਹੈ ਆਡਿਟ ਦੀਆਂ, ਕੁੱਲ ਮਿਲਾ ਕੇ ਗੱਲ ਇਹ ਹੈ। ਇਹ ਤੋਂ ਬਾਅਦ ਅਨੈਕਸ਼ਰ ਸੀ ਦੇਖ ਲਓ ਜੀ। These rules may be called rules for the condemnation and disposal of unserviceable or surplus stores। डेफिनेशन पढ़ लो। Board means the condemnation board appointed by the Punjab government under these rules। Intending officer includes officers of the Punjab state बस बस who are authorized। इंडेंटिंग ऑफिसर है, इंडेंट। हाँ जी, वो तो बाद प्रेस्क्राइब्ड डेट है, फिर स्टोर्स है ना। प्रेस्क्राइब्ड डेट तो पढ़ लो। Prescribed date means 1st January and 1st July each year। Stores includes all kinds of stores including machinery and hardware articles which are purchased through the Punjab Stores Department or otherwise। Surplus stores mean stores including machinery which, though in good and serviceable condition, are not required in practical use by any department of the state। अनसर्विसेबल स्टोर। Unserviceable stores mean stores which are considered unfit for use by any department of the state। देखो ਇਹ ਰੂਲ ਜਿਹੜੇ ਹੈਗੇ ਆ, ਇਹ ਅਨਸਰਵਿਸੇਬਲ ਜਾਂ ਸਰਪਲਸ ਸਟੋਰ ਦੀ ਡਿਸਪੋਜ਼ਲ ਵਾਸਤੇ, ਕੰਡੈਮਨੇਸ਼ਨ ਵਾਸਤੇ। ਠੀਕ ਹੈ, ਇੱਕ ਬੋਰਡ ਬੈਠੂਗਾ, ਕੰਡੈਮਨੇਸ਼ਨ ਬੋਰਡ ਜਿਹਨੂੰ ਕਿਹਾ ਜਾਊਗਾ, ਫਿਰ ਇੱਕ ਇੰਡੈਂਟਿੰਗ ਅਫਸਰ ਹੋਊਗਾ। ਠੀਕ ਹੈ, ਜਿਹੜੇ ਪੰਜਾਬ ਸਟੋਰ ਡਿਪਾਰਟਮੈਂਟ ਨੂੰ ਇੰਡੈਂਟ ਭੇਜ ਕੇ ਸਮਾਨ ਮੰਗਾ ਸਕਦੇ ਆ। ਇੱਕ ਪ੍ਰਸਕ੍ਰਾਈਬਡ ਡੇਟ ਹੈ, ਪ੍ਰਸਕ੍ਰਾਈਬਡ ਡੇਟ ਜਿੱਥੇ ਲਿਖਿਆ ਗਿਆ ਜਾਂ ਤਾਂ 1 ਜਨਵਰੀ ਹੈ ਜਾਂ 1 ਜੁਲਾਈ ਈਚ ਈਅਰ ਦੀ। ਸਟੋਰਸ, ਇਹਦੇ ਵਿੱਚ ਕੀ ਆ ਗਿਆ, ਮਸ਼ੀਨਰੀ ਆ ਗਈ, ਹਾਰਡਵੇਅਰ ਆਰਟੀਕਲਸ ਆ ਗਏ, ਹੈ ਨਾ, ਜਿਹੜੇ ਪੰਜਾਬ ਸਟੇਟ ਸਟੋਰ ਡਿਪਾਰਟਮੈਂਟ ਜਾਂ ਕਿਤੋਂ ਹੋਰ ਖਰੀਦਦੇ ਆਪਾਂ। ਸਰਪਲਸ ਸਟੋਰ, ਸਰਪਲਸ ਸਟੋਰ ਹੈ ਜਿਹੜਾ ਵੀ ਕੰਡੀਸ਼ਨ ਵਧੀਆ, ਸਰਵਿਸੇਬਲ ਕੰਡੀਸ਼ਨ ਹੈ, ਗੁੱਡ ਹੈ। ਸਰਵਿਸੇਬਲ ਮਤਲਬ ਕੰਮ ਦੇ ਸਕਦੇ ਆ, ਗੁੱਡ ਕੰਡੀਸ਼ਨ ਹੈਗੀ ਹੈ, ਪਰ ਡਿਪਾਰਟਮੈਂਟ ਦੇ ਵਿੱਚ ਪ੍ਰੈਕਟੀਕਲ ਯੂਜ਼ ਨਹੀਂ ਹੋ ਰਿਹਾ, ਹੈ ਨਾ, ਪ੍ਰੈਕਟੀਕਲ ਯੂਜ਼ ਹੀ ਨਹੀਂ ਹੋ ਰਿਹਾ ਡਿਪਾਰਟਮੈਂਟ ਦੇ ਵਿੱਚ, ਸਰਪਲਸ ਸਟੋਰ ਹੈ। ਇਹਨੂੰ ਰੈੱਡ ਵਿਦ ਜਦੋਂ 15.18 ਕਰੋਗੇ ਤਾਂ ਉੱਥੇ ਕੀ ਹੈ, ਜਿਹੜੇ ਸਾਲ ਤੋਂ ਵੱਧ ਕੋਈ ਗੁੱਡ ਐਂਡ ਸਰਵਿਸੇਬਲ ਕੰਡੀਸ਼ਨ ਦੇ ਵਿੱਚ ਕੋਈ ਸਟੋਰ ਹੈ ਜਿਹਨੂੰ ਸਾਲ ਤੋਂ ਵੱਧ ਯੂਜ਼ ਨਹੀਂ ਕਰ ਸਕੇ, ਸਾਲ ਤੋਂ ਵੱਧ ਸਮਾਂ ਹੋ ਗਿਆ, ਇਟ ਕੁਡ ਨਾਟ ਬੀ ਯੂਜ਼ਡ ਫॉर ਐਨੀ ਮੀਨਸ ਔਰ ਪਰਪਸਿਸ, then it is called surplus stores, है ना। ਇਹਨੂੰ ਰੈੱਡ ਵਿਦ ਕਰੋਗੇ 15.18 ਨੂੰ, ਉਹਨੂੰ ਛੱਡਣਾ ਨਹੀਂ ਹੈਗਾ 15.18 ਨੂੰ। ਇਹ ਐਡ ਕਰਤਾ ਸਰਪਲਸ ਸਟੋਰ ਦੀ ਜਿਹੜੀ ਡੈਫੀਨੇਸ਼ਨ ਹੈ। ਅਨਸਰਵਿਸੇਬਲ ਸਟੋਰ, ਨਾਟ ਫਿਟ ਫॉर ਯੂਜ਼, ਹੈ ਨਾ, ਵੀ ਯੂਜ਼ ਨਹੀਂ ਕਰ ਸਕਦੇ ਜੀ। ਇਹ ਛੋਟੀਆਂ ਮੋਟੀਆਂ ਡੈਫੀਨੇਸ਼ਨ ਜਿਹੜੀ ਸਾਡੀਆਂ ਇਹ ਹੋ ਗਈਆਂ। ਉਹ ਤੋਂ ਬਾਅਦ ਦੇਖੋ ਜੀ,
चौथा No store whose book value is more than rupees 50,000 shall hereafter be condemned or disposed of, except under the order of board constituted for the purpose under these rules. नोट भी पढ़ दो। Stores whose book value is not more than rupees 50,000 and rupees 100 rendered unserviceable may be condemned or disposed of by the head of department, district heads of offices of the department concerned, respectively. ਚੌਥੇ ਚ ਕੀ ਕਿਹਾ ਇਹਨਾਂ ਨੇ, ਅਨੈਕਸ਼ਰ ਸੀ ਦਾ ਜਿਹੜਾ ਚੌਥਾ ਪੈਰਾ, ਇਹਦੇ ਚ ਕਹਿੰਦੇ ਵੀ 50,000 ਤੋਂ ਉੱਤੇ ਦੀ ਵੈਲਿਊ ਦਾ ਜਿਹੜਾ ਸਟੋਰ ਹੋਊਗਾ ਉਹਨੂੰ ਬੋਰਡ ਡਿਸਪੋਜ਼ ਕਰੂਗਾ। 50,000 ਤੋਂ ਉੱਤੇ ਬੋਰਡ ਬੈਠੂਗਾ। ਜੇ 50,000 ਤੋਂ ਥੱਲੇ ਹੈ ਫਿਰ HOD ਕਰ ਸਕਦਾ। ਜੇ 5,000 ਤੋਂ ਥੱਲੇ ਹੈ ਫਿਰ ਡਿਸਟ੍ਰਿਕਟ ਹੈਡ ਵੀ ਕਰ ਸਕਦਾ। ਠੀਕ ਹੈ ਜੀ, ਡਿਸਪੋਜ਼। ਇਹਨੂੰ ਨਾ 10,000 ਨੂੰ 50,000 ਕਰ ਲਿਓ, 100 ਨੂੰ 5,000 ਕਰ ਲਿਓ। ਹਾਂਜੀ ਥਰਡ ਸਰ ਇਹਦੇ ਪੁੱਛਣਾ ਸੀ ਸਰ, ਜਿਹੜਾ ਆਪਣਾ ਡਿਪਾਰਟਮੈਂਟ ਦੇ ਵਿੱਚ ਜਿਵੇਂ ਹੈਡ ਆਫ ਆਫਿਸ 'ਚ ਕੋਈ ਸਟਾਕ ਪਿਆ ਸਰ, ਉਹ ਵੀ ਇਨਕਲੂਡ ਹੁੰਦਾ ਜੀ? ਕੀ ਹੁੰਦਾ ਉਹ? ਜਿੱਦਾਂ ਕੋ ਸਰ ਪੁਰਾਣੀ ਮਸ਼ੀਨਰੀ ਪਈ ਹੈ ਸਰ, ਉਹਦੀ ਵੈਲਿਊ ਹੈ ਜਿਹੜੀ ਸਰ 5,000 ਰੁਪਏ ਤੱਕ ਬਣਦੀ ਹੈ ਸਰ, ਉਹਨੂੰ ਵੀ ਸਰ ਡਿਸਪੋਜ਼ ਆਫ ਕਰ ਸਕਦੇ ਜੀ? ਬਿਲਕੁਲ, ਆਹ ਦੇਖੋ ਪੜ੍ਹੀ ਜਾਂਦੇ ਆਪਾਂ, ਕਰ ਸਕਦੇ ਹਾਂ। ਠੀਕ ਹੈ ਜੀ। ਅਨਸਰਵਿਸੇਬਲ ਹੋਣੀ ਚਾਹੀਦੀ ਹੈ। ਅਨਸਰਵਿਸੇਬਲ ਨੂੰ ਡਿਸਪੋਜ਼ ਕਰੋਗੇ? ਬਿਲਕੁਲ ਬਿਲਕੁਲ ਜੀ। ਚਲੋ ਅੱਗੇ ਦੇਖੋ, ਇਨ ਰਿਸਪੈਕਟ ਆਫ In respect of unserviceable stores whose book value exceeds rupees 5,000 but doesn't exceed rupees 10,000, which are condemned or disposed of by the head of department, a report should be sent to the Department of Finance and Vigilance for information within a week of condemning the stores. $50,000 ਆ ਜਾਊ ਨਾ ਉੱਤੇ। 50,000 ਹੁਣ ਇਹ ਕਹਿੰਦੇ 50,000 ਤੱਕ, ਮਤਲਬ ਜਿਹੜਾ ਵੀ ਹੈਡ ਆਫ ਡਿਪਾਰਟਮੈਂਟ ਅਨਸਰਵਿਸੇਬਲ ਸਟੋਰ ਨੂੰ ਕੰਡੈਮ ਤੇ ਡਿਸਪੋਜ਼ ਕਰ ਦਿੰਦਾ ਹੈ, ਉਹਦੀ ਰਿਪੋਰਟ ਹੈ ਜਿਹੜੀ ਡਿਪਾਰਟਮੈਂਟ ਆਫ ਫਾਈਨਾਂਸ ਨੂੰ ਤੇ ਵਿਜੀਲੈਂਸ ਨੂੰ ਭੇਜਣੀ ਹੈ। ਠੀਕ ਹੈ, ਵਿਦਿਨ ਅ ਵੀਕ। ਅੱਗੇ ਦੇਖੋ ਚੌਥਾ ਪੁਆਇੰਟ, The Punjab Roadways are exempt from the operation of these rules. ਪੰਜਾਬ ਰੋਡਵੇਜ਼ ਤੇ ਇਹ ਰੂਲ ਹੈ ਜਿਹੜਾ ਉਹ ਲਾਗੂ ਨਹੀਂ ਹੁੰਦਾ ਹੈਗਾ, ਐਗਜ਼ੈਂਪਟ ਕੀਤਾ ਹੋਇਆ। ਠੀਕ ਹੈ, ਫਿਫਥ ਪੜੋ ਜੀ। All stores other than those covered by the provisions of Note 1 below Rule 4, I bid which are considered surplus or unserviceable with any department shall not be transferred or sold without reference to the board. ਹਾਂਜੀ, 50,000 ਤੋਂ ਉੱਤੇ ਜਿਹੜਾ ਸਟੋਰ ਹੈਗਾ ਉਹ ਬੋਰਡ ਦੀ ਪ੍ਰਵਾਨਗੀ ਤੇ, ਮਤਲਬ ਰੈਫਰੈਂਸ ਵਗੈਰਾ ਬੋਰਡ ਨੂੰ ਭੇਜਣਾ ਪਊ, ਬੋਰਡ ਡਿਸਾਈਡ ਕਰੂਗਾ। ਹੁਣ ਬੋਰਡ ਬਾਰੇ ਪੜ੍ਹਦੇ ਆਂ, ਬੋਰਡ ਕੀ ਚੀਜ਼ ਹੈ, ਕੀ ਗੱਲਬਾਤ ਹੈ ਬੋਰਡ ਦੀ। ਹਾਂਜੀ ਸੱਤਵਾਂ ਦੇਖੋ। The board shall consist of 5 members. 3 of these will be nominated out of the following officers
of whom one shall be controller of stores or his nominee. The fourth member will be nominated by the department concerned. ਹਾਂਜੀ ਹੁਣ ਬੋਰਡ ਬੈਠੂਗਾ, ਬੋਰਡ 'ਚ 5 ਮੈਂਬਰ ਹੋਊਗੇ, 5 ਮੈਂਬਰੀ ਬੋਰਡ ਬੈਠੂਗਾ ਇੱਕ, ਜਿਹੜਾ ਡਿਸਾਈਡ ਕਰੂਗਾ ਡਿਸਪੋਜ਼ ਕਰਨਾ ਕੰਡੈਮ ਕਰਨਾ। ਹੁਣ ਇਹ ਬੋਰਡ ਦੇ ਜਿਹੜੇ ਮੈਂਬਰ ਹੋਣਗੇ ਉਹਨਾਂ ਦੀ ਗੱਲ ਕਰ ਰਹੇ ਕੌਣ ਕੌਣ ਹੋਊਗਾ। ਇੱਕ ਤਾਂ ਸਟੋਰ ਦਾ ਮੈਂਬਰ ਹੋਊਗਾ, ਕੰਟਰੋਲਰ ਆਫ ਸਟੋਰ ਜਿਹੜਾ ਹੈਗਾ ਉਹ ਹੋਊਗਾ, ਜਾਂ ਉਹਦਾ ਕੋਈ ਨੋਮੀਨੀ ਹੋਊਗਾ। ਫਸਟ ਮੈਂਬਰ ਉਹ ਹੋ ਗਿਆ। ਦੂਜਾ ਮੈਂਬਰ ਕੌਣ ਹੋਊਗਾ? ਡਿਪਾਰਟਮੈਂਟ ਦਾ ਨੁਮਾਇੰਦਾ ਹੋਊਗਾ, ਜਿਹੜੇ ਡਿਪਾਰਟਮੈਂਟ ਦਾ ਸਟੋਰ ਹੈ ਉਹ ਵੀ ਹੋ ਗਿਆ। ਉਹ ਤੋਂ ਬਾਅਦ 2 ਮੈਂਬਰ ਇਹਨਾਂ 'ਚ ਹੋਣਗੇ, ਆ ਜਿਹੜੇ ਡਿਪਾਰਟਮੈਂਟਸ ਲਿਖੇ ਹੋਏ ਆ ਨਾ, ਵਿਸ਼ੇਸ਼ज्ञ। ਜਿਸ ਕਿਸਮ ਦਾ ਸਟੋਰ ਹੋਊਗਾ ਉਹ ਕਿਸਮ ਦਾ ਤੁਸੀਂ ਉੱਥੋਂ ਤੁਸੀਂ ਚੱਕ ਲਓਗੇ, ਡਿਪਾਰਟਮੈਂਟ 'ਚ ਮੈਂਬਰ ਚੱਕ ਲਓਗੇ, ਜਾਂ ਕੋਈ ਵੀ ਹੈ ਨਾ, ਸਰਕਾਰ ਦੱਸੂਗੀ। 5ਵਾਂ ਜਿਹੜਾ ਮੈਂਬਰ ਹੋਊਗਾ ਡੀਸੀ ਹੋਊਗਾ, ਠੀਕ ਹੈ। ਪਹਿਲਾ ਜਿਹੜਾ ਹੋਊਗਾ ਕੰਟਰੋਲਰ ਆਫ ਸਟੋਰਸ ਦਾ ਨੁਮਾਇੰਦਾ ਹੋਊਗਾ, ਜਾਂ ਕੰਟਰੋਲਰ ਆਫ ਸਟੋਰਸ ਖੁਦ ਹੋਊਗਾ। ਦੂਜਾ ਜਿਹੜਾ ਹੋਊਗਾ ਡਿਪਾਰਟਮੈਂਟ ਦਾ ਬੰਦਾ ਹੋਊਗਾ ਜਿਹਦਾ ਸਟੋਰ ਹੈ। ਤੀਜਾ ਜਿਹੜਾ ਡੀਸੀ ਹੋਊਗਾ। ਬਾਕੀ 2 ਮੈਂਬਰ ਆਹ 13 ਡਿਪਾਰਟਮੈਂਟ 'ਚ ਹੋਣਗੇ, ਠੀਕ ਹੈ। ਬੋਰਡ ਬਣੂਗਾ ਇਹਨਾਂ ਦਾ। ਉਹ ਤੋਂ ਬਾਅਦ ਹੈਗਾ ਜੀ ਰੂਲ 9th। The quorum for the board shall be 3 members. ਕੋਰਮ ਹੈ ਜਿਹੜਾ ਉਹ 3 ਮੈਂਬਰਾਂ ਦਾ ਹੋਊਗਾ। ਕੋਰਮ ਕੀ ਹੁੰਦਾ ਜੀ? Sir, minimum number of member present in the meeting. ਮਿਨੀਮਮ ਤਾਂ 1 ਵੀ ਹੋ ਸਕਦਾ ਜੀ। ਵੀ 3 ਮੈਂਬਰ ਘੱਟੋ ਘੱਟ ਹੋਣੇ ਚਾਹੀਦੇ ਮੀਟਿੰਗ ਦੇ ਵਿੱਚ, ਜਿਹੜੀ ਬੋਰਡ ਦੀ ਮੀਟਿੰਗ। ਜੇ ਨਾ ਹੋਏ ਜੀ ਫਿਰ ਸਰ ਮੀਟਿੰਗ ਵੋਇਡ ਹੋ ਜਾਏਗੀ। ਇੱਥੇ ਮੈਂਸ਼ਨ ਹੋਊਗਾ ਕੁਝ ਨਾ ਕੁਝ। ਕੋਰਮ ਹੈ ਕਿ ਘੱਟੋ ਘੱਟ 3 ਮੈਂਬਰ ਬੈਠਣਗੇ, ਫੇਰ ਹੀ ਬੋਰਡ ਹੈ ਜਿਹੜੀ ਆਪਦੀ ਪ੍ਰੋਸੀਡਿੰਗ ਜਾਰੀ ਕਰ ਸਕਦਾ, ਆਪਦੀ ਪ੍ਰੋਸੀਡਿੰਗ ਕਰ ਸਕਦੇ, ਅਦਰਵਾਈਜ਼ ਨਹੀਂ ਕਰ ਸਕਦੇ। ਮੰਨ ਲਓ ਕੀ ਹੁੰਦਾ ਹੈ ਕਿ 4 ਦੋਸਤ ਨੇ, ਹਨਾ, 4 ਦੋਸਤ ਨੇ, ਇਹ ਕਹਿੰਦੇ ਪਾਰਟੀ ਕਰਨੀ ਆ, ਠੀਕ ਹੈ। ਹੁਣ ਕਦੇ ਤਾਂ ਆਹ 2 ਆ ਜਾਂਦੇ, ਆਹ 2 ਨਹੀਂ ਆਉਂਦੇ, ਕਦੇ ਆਹ 2 ਆ ਜਾਂਦੇ, ਆਹ 2 ਨਹੀਂ ਆਉਂਦੇ, ਕਦੇ ਆਹ 2 ਆ ਜਾਂਦੇ, ਆਹ 2 ਨਹੀਂ ਆਉਂਦੇ। ਫਿਰ ਇਹਨੇ ਡਿਸਾਈਡ ਕੀਤਾ ਵੀ ਜਦੋਂ 3 ਆ ਗਏ ਅਸੀਂ, ਕੋਈ ਵੀ 3 ਆ ਜਾਓ, ਪਾਰਟੀ ਕਰ ਲਾਂਗੇ। ਐਂ ਤਾਂ ਸਾਰੇ ਪੂਰੀ ਨਹੀਂ ਹੋਣੇ। ਸਿਮਿਲਰਲੀ ਇੱਥੇ ਵੀ ਇਹੋ ਜਿਹੀ ਕੰਡੀਸ਼ਨ ਰੱਖੀ ਗਈ, ਠੀਕ ਹੈ। ਐਗਜ਼ਾਮਪਲ ਸਮਝਾਉਣ ਵਾਸਤੇ ਹੀ ਹੈ, ਠੀਕ ਹੈ ਨਾ, ਹਾਸੇ 'ਚ ਨਹੀਂ ਲੈਣਾ ਇਹਨੂੰ। 3 ਮੈਂਬਰ ਹੈ ਜਿਹੜੇ 5 ਚੋਂ ਪ੍ਰੈਜ਼ੈਂਟ ਹੋਣਗੇ, ਕੋਈ ਵੀ 3 ਮੈਂਬਰ, ਉਹ ਬੋਰਡ ਦੀ ਜਿਹੜੀ ਪ੍ਰੋਸੀਡਿੰਗ ਹੈ ਕਰ ਸਕਦੇ। ਅੱਗੇ ਦੇਖੋ 12ਵਾਂ। All unserviceable or surplus stores shall be collected at a suitable place, and the officers of the departments concerned will be instructed well in advance to produce them for inspection of the board on the date fixed for the purpose. ਜਿਹੜਾ ਵੀ ਅਨਸਰਵਿਸੇਬਲ ਹੈ ਜਾਂ ਸਰਪਲਸ ਸਟੋਰ ਹੈਗਾ, ਉਹ ਇੱਕ ਥਾਂ ਤੇ ਕਲੈਕਟ ਕਰ ਲਓ, ਠੀਕ ਹੈ। ਤੇ ਜਿਹੜੇ ਡਿਪਾਰਟਮੈਂਟਲ ਆਫੀਸਰ ਹੋਣਗੇ, ਜਿਨ੍ਹਾਂ ਦੇ ਡਿਪਾਰਟਮੈਂਟ ਦੇ ਸਟੋਰਸ ਹੈਗੇ ਆ, ਉਹ ਸਾਰੇ ਆਪਦੇ ਡਿਪਾਰਟਮੈਂਟ ਦਾ ਸਟੋਰ ਲੈ ਕੇ ਆਉਣਗੇ। ਉਹਨਾਂ ਨੂੰ ਐਡਵਾਂਸ 'ਚ ਦੱਸ ਦਿੱਤਾ ਜਾਊਗਾ ਵੀ ਤੁਸੀਂ ਬੋਰਡ ਮੂਹਰੇ ਪ੍ਰੋਡਿਊਸ ਕਰਨਾ, ਤਾਂ ਕਿ ਉਹ ਇਨਸਪੈਕਸ਼ਨ ਕਰ ਸਕਣਗੇ ਬਾਕੀ ਅਨਸਰਵਿਸੇਬਲ ਹੈਗਾ, ਠੀਕ ਹੈ। ਕਿਤੇ ਮਨੋਂ ਤਾਂ ਨਹੀਂ ਬਣਾਈ ਜਾਂਦੇ। ਕੀ ਕੰਡੀਸ਼ਨ ਹੈ? ਬੋਰਡ ਮੂਹਰੇ ਲਿਆਉਣਾ ਪਊਗਾ। ਅੱਗੇ ਦੇਖੋ 13ਵਾਂ। The board shall on inspection by itself or an officer authorized by it decide whether any of the stores submitted for condemnation are to be declared surplus
or should be condemned or can be utilized after proper repairs and shall record their decision in writing. ਹਾਂਜੀ, ਹੁਣ ਇਹ ਕੀ ਕਹਿੰਦੇ ਆ, ਬੋਰਡ ਮੂਰੇ ਤੁਸੀਂ ਸਮਾਨ ਲਿਆ ਜੀ, ਬੋਰਡ ਮੂਰੇ ਸਮਾਨ ਲਿਆ, ਬੋਰਡ ਨੇ ਇੰਸਪੈਕਟ ਕਰ ਲਿਆ, ਠੀਕ ਹੈ, ਜਾਂ ਤਾਂ ਖੁਦ ਕਰ ਲੈਣਗੇ, ਜੇ ਆਪਦੇ ਕੋਲ ਐਕਸਪਰਟਿਜ਼ ਨਹੀਂ ਹੈਗੀ ਫਿਰ ਕਿਸੇ ਨੂੰ ਅਥੋਰਾਈਜ਼ ਕਰ ਦੇਣਗੇ। ਇੰਸਪੈਕਟ ਕੀਤਾ, ਫਿਰ ਉਹਨਾਂ ਨੇ ਦੇਖਿਆ ਵੀ ਕੀ ਇਹਨੂੰ ਕੰਡੈਮ ਕੀਤਾ ਜਾਣਾ ਬਣਦਾ, ਜਾਂ ਸਰਪਲਸ ਡਿਕਲੇਅਰ ਕਰੀਏ ਤੇ ਜਾਂ ਫਿਰ ਇਹਦੀ ਰਿਪੇਅਰ ਕਰਾ ਕੇ ਯੂਟੀਲਾਈਜ਼ ਕਰੀਏ, ਕੀ ਕਰੀਏ। ਤਾਂ ਉਹ ਕਹਿੰਦੇ ਆ ਵੀ ਕੀ ਕਰਨਾ, ਠੀਕ ਹੈ, ਉੱਥੇ ਜੋ ਉਹਨਾਂ ਦਾ ਫੈਸਲਾ ਹੋਊਗਾ ਉਹਨੂੰ ਰਿਕਾਰਡ ਕਰਨਾ, ਲਿਖਤੀ ਚ ਲੈ ਕੇ ਆਉਣਾ। ਹਾਂਜੀ 14th The stores which are declared surplus by the board may be transferred to any other department subject to payment of the price as may be fixed by the board. ਹੁਣ ਕੋਈ ਸਟੋਰ ਸਰਪਲਸ ਪਾਇਆ ਗਿਆ, ਹੁਣ ਉਹਨੂੰ ਸਿੱਟ ਤਾਂ ਸਕਦੇ ਨਹੀਂ, ਜਿਹੜਾ ਤਾਂ ਕੰਡੈਮਨ ਹੋ ਗਿਆ ਉਹਦੀ ਚੱਲ ਨਿਲਾਮੀ ਵਗੈਰਾ ਕਰ ਦਿੰਦੇ ਆ। ਸਰਪਲਸ ਦਾ ਕੀ ਕਰਨਗੇ, ਸਰਪਲਸ ਕਹਿੰਦੇ ਕਿਸੇ ਹੋਰ ਡਿਪਾਰਟਮੈਂਟ ਨੂੰ ਚਾਹੀਦਾ ਹੁੰਦਾ ਉਹਨੂੰ ਦੇ ਦੇਣਗੇ, ਠੀਕ ਹੈ, ਪ੍ਰਾਈਜ਼ ਰੱਖ ਦੇਣਗੇ ਉਹਦੀ ਕੋਈ ਨਾ ਕੋਈ, ਠੀਕ ਹੈ, ਵੀ ਜਾਂ ਤਾਂ ਬਾਹਰ ਵੇਚ ਲਓ ਨਹੀਂ ਤਾਂ ਕਿਸੇ ਹੋਰ ਡਿਪਾਰਟਮੈਂਟ ਨੂੰ ਦੇ ਦਿਓ। ਸਾਰਵਾਂ ਦੇਖੋ ਜੀ, 17th ਇੰਪੋਰਟੈਂਟ ਕੁਐਸਚਨ ਆਇਆ ਹੋਇਆ। Sale proceeds of condemned or surplus stores will be credited to government in the following manners. Sale proceeds of condemned or surplus stores belonging to the commercial departments will be credited to the receipt head of account of the department concerned. ਹੁਣ ਕੋਈ ਕੰਡੈਮਨ ਜਾਂ ਸਰਪਲਸ ਸਟੋਰ ਸੀ, ਉਹਦੀ ਤੁਸੀਂ ਸੇਲ ਕਰਤੀ, ਸੇਲ ਕਰਕੇ ਕੰਡਮ ਸਟੋਰ ਸੀ ਜਾਂ ਫਿਰ ਸਰਪਲਸ ਸਟੋਰ ਸੀ, ਸੇਲ ਕਰਤੀ, ਪੈਸਾ ਆ ਗਿਆ ਕੁਝ, ਜੇਕਰ ਕਮਰਸ਼ੀਅਲ ਡਿਪਾਰਟਮੈਂਟ ਹੈਗਾ ਤਾਂ ਉਹ ਜਿਹੜਾ ਪੈਸਾ ਉਹਦੇ ਰਸੀਦ ਹੈਡ 'ਚ ਜਾਊਗਾ, ਠੀਕ ਹੈ, ਜਿਵੇਂ 0202 ਹੈ, 0210 ਹੈ ਨਾ, ਐਜੂਕੇਸ਼ਨ ਦਾ ਜਾਂ ਮੈਡੀਕਲ ਦਾ, ਹੈਲਥ ਦਾ, ਐਂ ਕਰਕੇ ਉਹਦਾ ਰਸੀਟ ਹੈਡ ਬਣਿਆ ਹੋਊਗਾ ਇੱਕ, ਰਸੀਟ ਹੈਡ 01 ਨਾਲ ਸਟਾਰਟ ਹੁੰਦੇ ਆ, ਠੀਕ ਹੈ। ਰੈਵਨਿਊ ਰਸੀਟ ਦੀ ਗੱਲ ਕਰ ਰਿਹਾ ਮੈਂ, ਕੈਪੀਟਲ ਰਸੀਟ 4000 ਹੁੰਦੀ ਹੈ, ਤੇ ਰੈਵਨਿਊ ਐਕਸਪੈਂਡੀਚਰ 2 ਜਾਂ 3 ਨਾਲ ਸਟਾਰਟ ਹੁੰਦੇ ਆ, ਕੈਪੀਟਲ ਐਕਸਪੈਂਡੀਚਰ 4 ਜਾਂ 5 ਨਾਲ ਹੁੰਦੇ ਆ। ਹਾਂਜੀ ਸੈਕੰਡ ਪੜੋ। Sales proceeds of all condemned stores in case of Department of Public Works will be credited to the head, deduct receipts and recoveries on capital account. If the expenditure incurred or acquisition was charged to a capital outlay, otherwise to the revenue head concerned. The sale proceeds of the stores purchased at the cost of local bodies should be credited to the relevant estimate for the deposit work from which the original cost have been met. ਹਾਂਜੀ ਹੁਣ ਇਹ ਆ ਗਿਆ ਸਾਡਾ PWD ਦਾ ਕੇਸ। PWD ਦਾ ਕੇਸ ਕੀ ਕਹਿੰਦਾ ਹੈ, ਜੇ ਤਾਂ ਕਹਿੰਦੇ ਕੈਪੀਟਲ ਚੋਂ ਖਰਚਾ ਹੋਇਆ ਉਸ ਸਟੋਰ ਨੂੰ ਅਕਵਾਇਰ ਕਰਨ ਵਾਸਤੇ, ਸਟੋਰ ਨੂੰ ਅਕਵਾਇਰ ਕੀਤਾ ਹੋਊਗਾ, ਖਰਚਾ ਕਿੱਥੋਂ ਹੋਇਆ, ਰੈਵਨਿਊ ਹੈਡ ਤੇ ਹੋ ਸਕਦਾ ਹੈ ਜਾਂ ਕੈਪੀਟਲ ਹੈਡ ਤੋਂ ਹੋ ਸਕਦਾ, ਠੀਕ ਹੈ, ਦੋ ਹੈਡਸ ਹੁੰਦੇ, ਕੈਪੀਟਲ ਜਾਂ ਰੈਵਨਿਊ।
ਬੁੱਕ ਕੀਪਿੰਗ 'ਚ ਪੜ੍ਹ ਲਿਓ ਕੀ ਹੁੰਦੇ ਇਹ, ਜਾਂ ਜੀਆਰ 'ਚ ਪੜ੍ਹ ਲਾਂਗੇ। ਕੰਡੈਮ ਸਟੋਰ ਨੂੰ ਵੇਚਤਾ, ਪੈਸਾ ਆ ਗਿਆ, ਪੀਡਬਲਿਊਡੀ ਦਾ ਸਟੋਰ ਸੀ, ਕਿਹਨੂੰ ਕ੍ਰੈਡਿਟ ਕਰਨਾ ਹੈ? ਡਿਡਕਟ ਰਸੀਟ ਐਂਡ ਰਿਕਵਰੀਜ਼। ਠੀਕ ਹੈ, ਔਨ ਕੈਪੀਟਲ ਅਕਾਊਂਟ। ਜੇਕਰ ਕੈਪੀਟਲ ਦਾ ਤਾਂ, ਜੇ ਰੈਵਨਿਊ ਦਾ ਤਾਂ ਰੈਵਨਿਊ ਹੈਡ ਦਾ ਜਿਹੜਾ ਡਿਡਕਟ ਰਸੀਟ ਐਂਡ ਰਿਕਵਰੀਜ਼ ਕਰ ਦੇਣਾ, ਉਹਨੂੰ ਕ੍ਰੈਡਿਟ ਕਰ ਦੇਣਾ। ਜਿਹੜਾ ਲੋਕਲ ਬਾਡੀ ਦੀ ਕੋਸਟ ਤੇ ਸਟੋਰ ਪਰਚੇਜ਼ ਕੀਤਾ ਹੋਇਆ ਹੈ, ਐਸਟੀਮੇਟ ਫॉर ਡਿਪੋਜ਼ਿਟ ਵਰਕ ਦੇ ਵਿੱਚ ਤੁਸੀਂ ਉਹਨੂੰ ਲੈ ਲੈਣਾ। ਡਿਪੋਜ਼ਿਟ ਵਰਕਸ ਹੁੰਦੇ ਇੱਕ, ਪੀਡਬਲਿਊਡੀ ਦੇ ਪਾਰਟ 2 ਚ ਪੜੋਗੇ। ਬਸ ਇਹ ਯਾਦ ਰੱਖਣਾ, ਪੀਡਬਲਿਊਡੀ ਦੀ ਕੇਸ 'ਚ ਕੈਪੀਟਲ ਅਕਾਊਂਟ 'ਚ ਜੇ ਡਿਡਕਟ ਰਸੀਟ ਐਂਡ ਰਿਕਵਰੀ 'ਚ ਲੈ ਕੇ ਜਾਓਗੇ, ਜੇ ਕੈਪੀਟਲ ਦਾ ਖਰਚਾ ਹੋਇਆ ਹੋਇਆ, ਜੇ ਰੈਵਨਿਊ ਦਾ ਖਰਚਾ ਹੋਇਆ ਤਾਂ ਰੈਵਨਿਊ ਦੇ ਡਿਡਕਟ ਰਸੀਟ ਐਂਡ ਰਿਕਵਰੀ 'ਚ ਲੈ ਕੇ ਜਾਓਗੇ। ਅੱਗੇ ਦੇਖੋ ਜੀ, ਤੀਜਾ Sale proceeds of condemned stores relating to all departments other than Department of Public Works and commercial departments, if not affected within the accounts of the year in which the expenditure was incurred, should be treated as receipt of the department to which the store belonged. The sale proceeds stores on which expenditure had been incurred during the same year in which they are disposed of are to be accounted for in reduction in expenditure of the department concerned. ਇਹ ਕੀ ਕਹਿੰਦੇ ਹੁਣ? ਦੇਖੋ ਜਿਹੜਾ ਪਹਿਲਾ ਕੇਸ ਸੀ ਸਾਡਾ ਉਹ ਕਮਰਸ਼ੀਅਲ ਦਾ ਸੀ, ਜਿਹੜਾ ਦੂਜਾ ਕੇਸ ਸੀ ਸਾਡਾ ਪੀਡਬਲਿਊਡੀ ਦਾ ਸੀ, ਇਹ ਬਾਕੀ ਡਿਪਾਰਟਮੈਂਟਸ ਆ ਗਿਆ ਅਦਰ। ਇਹ ਚ ਵੀ ਉਹੀ ਕੀਤਾ, ਕੰਡੈਮ ਸਟੋਰ ਆਇਆ, ਉਹਦੀ ਸੇਲ ਕਰਤੀ। ਸੇਲ ਕਰਤੀ, ਜੇ ਤਾਂ ਸੇਲ ਕਹਿੰਦੇ ਜਿਸ ਸਾਲ ਖਰਚਾ ਕੀਤਾ ਹੈ ਉਸੇ ਸਾਲ ਦੇ ਵਿੱਚ ਸੇਲ ਕਰਤੀ ਹੈ ਨਾ, ਸੈਕੰਡ ਜਿਹੜਾ ਜਿਸ ਸਾਲ ਖਰਚਾ ਕੀਤਾ ਹੈ ਉਸੇ ਸਾਲ ਸੇਲ ਕਰਤੀ, ਤਾਂ ਤੁਸੀਂ ਕਹਿ ਦੋਗੇ ਵੀ ਖਰਚਾ ਸਾਡਾ ਘਟ ਗਿਆ, ਰਿਡਕਸ਼ਨ ਕਰ ਦੋਗੇ ਐਕਸਪੈਂਡੀਚਰ ਦੀ। ਜੇ ਅਗਲੇ ਸਾਲ ਜਾਂ ਉਹ ਤੋਂ ਅਗਲੇ ਸਾਲ ਕੀਤੀ ਹੈ ਸੇਲ, ਮਤਲਬ ਕਿਸੇ ਹੋਰ ਈਅਰ ਚ ਕੀਤੀ ਹੈ, ਡਿਫਰੈਂਟ ਈਅਰ ਹੋ ਗਏ ਐਕੁਜੀਸ਼ਨ ਦਾ ਤੇ ਸੇਲ ਦਾ, ਉੱਥੇ ਉਹਨੂੰ ਰਸੀਟ ਲੈ ਲਓਗੇ। ਠੀਕ ਹੈ ਜੀ, ਆ ਗਿਆ ਸਮਝ? डिडक्शन ऑफ एक्सपेंडिचर ਜਾਂ ਰਸੀਟ 'ਚ ਫਰਕ ਪਤਾ ਕੀ ਹੈ? ਰਿਡਕਸ਼ਨ ਆਫ ਐਕਸਪੈਂਡੀਚਰ ਜਾਂ ਰਸੀਟ 'ਚ, ਮੰਨ ਲਓ ਇੱਕ ਫਾਈਨੈਂਸ਼ੀਅਲ ਈਅਰ ਚੱਲ ਰਿਹਾ, ਇਹਦੇ ਵਿੱਚ ਤੁਸੀਂ 4000 ਰੁਪਏ ਖਰਚ ਕੀਤਾ, 5 ਚੀਜ਼ਾਂ ਲੈ ਆਏ। ਠੀਕ ਹੈ, ਸੁਣੀ ਚੱਲਿਓ, 4000 ਰੁਪਏ ਖਰਚ ਕੀਤਾ, 5 ਚੀਜ਼ਾਂ ਲੈ ਆਏ। ਹੁਣ ਸੇਮ ਫਾਈਨੈਂਸ਼ੀਅਲ ਈਅਰ ਦੇ ਵਿੱਚ ਹੀ ਤੁਹਾਡੀ 2 ਚੀਜ਼ਾਂ ਜਿਹੜੀਆਂ ਉਹ ਬਚ ਗਈਆਂ ਸੀ, ਤੁਸੀਂ ਸੇਲ ਕਰਤੀਆਂ। ਲੈਟਸ ਸੇ ਇਹਦਾ ਸੇਲ ਜਿਹੜੀ 1500 ਦੀ ਹੋਊਗੀ। ਠੀਕ ਹੈ, ਹੁਣ ਇਹ ਦੱਸੋ ਚੀਜ਼ਾਂ ਤੁਹਾਡੇ ਕੋਲ ਕਿੰਨੀਆਂ ਬਚੀਆਂ? ਪਹਿਲਾਂ 5 ਸੀ, 2 ਸੇਲ ਕਰਤੇ, 3 ਬਚ ਗਈਆਂ। ਪੈਸੇ ਤੁਹਾਡੇ ਕਿੰਨੇ ਲੱਗੇ? ਪਹਿਲਾਂ 4000 ਲੱਗੇ ਸੀ, 4000 ਚੋਂ 1500 ਵਾਪਸ ਆ ਗਏ, 2500। ਕੀ ਆਪਾਂ ਇਹ ਕਹਿ ਸਕਦੇ ਹਾਂ ਕਿ ਸਾਡਾ ਜਿਹੜਾ ਖਰਚਾ ਰਿਡਿਊਸ ਹੋ ਗਿਆ? ਵੀ ਅਸੀਂ ਪਹਿਲਾਂ 5 ਚੀਜ਼ਾਂ 4000 ਦੀਆਂ ਲਈਆਂ ਸੀ, ਜਿਹਦੇ ਵਿੱਚ 2 ਅਸੀਂ ਵੇਚਤੀਆਂ 1500 ਰੁਪਏ ਦੀਆਂ, ਤਾਂ ਇਹਦਾ ਮਤਲਬ ਇਹ ਕਹਿ ਸਕਦਾ ਮੈਂ ਵੀ 3 ਚੀਜ਼ਾਂ ਮੈਂ 2500 ਰੁਪਏ ਦੀ ਲਈਆਂ, ਸੇਮ ਚੀਜ਼ ਹੀ ਹੋਗੀ। ਮੈਂ ਜੇ ਕਹਾਂ ਮੈਂ ਤਾਂ ਇਹਨਾਂ ਚੀਜ਼ਾਂ ਤੇ 2500 ਰੁਪਏ ਖਰਚਾ ਕੀਤਾ, ਸਹੀ ਹੈ ਨਾ? ਕਿਉਂਕਿ ਮੈਂ ਖਰਚਾ ਬੇਸ਼ੱਕ 4000 ਕੀਤਾ ਸੀ, ਪਰ ਮੈਨੂੰ 1500 ਰੁਪਏ ਵਾਪਸ ਆ ਗਿਆ, ਤੇ 2 ਚੀਜ਼ਾਂ ਵੀ ਕੱਢਤੀਆਂ ਮੈਂ, ਤਾਂ ਮੈਂ ਕਹਿ ਸਕਦਾ ਵੀ 3, ਯਾਨੀ ਮੈਂ ਕਹਿ ਸਕਦਾ ਕਿ ਮੇਰਾ ਖਰਚਾ ਰਿਡਿਊਸ ਹੋ ਗਿਆ। ਠੀਕ ਹੈ ਜੀ। ਜੇ ਫਾਈਨੈਂਸ਼ੀਅਲ ਈਅਰ ਡਿਫਰੈਂਟ ਹੈ, ਮੰਨ ਲਓ ਫਾਈਨੈਂਸ਼ੀਅਲ ਈਅਰ 1 ਹੈ, ਇੱਕ ਫਾਈਨੈਂਸ਼ੀਅਲ ਈਅਰ 2 ਹੈ, ਇਹਦੇ ਵਿੱਚ ਤੁਸੀਂ 5 ਚੀਜ਼ਾਂ ਖਰੀਦੀਆਂ 4000 ਦੀ, ਇਹਦੇ ਵਿੱਚ ਤੁਸੀਂ 2 ਚੀਜ਼ਾਂ ਵੇਚਤੀਆਂ
1500 ਰੁਪਏ ਦੀ। ਠੀਕ ਹੈ, ਹੁਣ ਜੇ ਤਾਂ ਸੇਮ ਫਾਈਨੈਂਸ਼ੀਅਲ ਈਅਰ ਹੁੰਦਾ ਫਿਰ ਤਾਂ ਪ੍ਰੋਸੈਸ ਸਾਡਾ ਲੱਗ ਜਾਂਦਾ, ਅਸੀਂ ਕਹਿ ਦਿੰਦੇ ਵੀ ਰਿਡਕਸ਼ਨ ਆਫ ਐਕਸਪੈਂਡੀਚਰ ਹੈ। ਹੁਣ ਫਾਈਨੈਂਸ਼ੀਅਲ ਈਅਰ ਬਦਲ ਗਿਆ, ਉੱਥੇ ਅਸੀਂ ਕੀ ਕਹਾਂਗੇ ਵੀ ਆ ਸਾਨੂੰ 1500 ਰੁਪਏ ਦੀ ਕਮਾਈ ਹੋਈ ਹੈ, ਰਸੀਟ ਹੋਈ ਹੈ ਕਮਾਈ। ਫਿਰ ਅਸੀਂ ਇਹ ਨਹੀਂ ਕਹਾਂਗੇ ਵੀ ਸਾਡਾ ਰਿਡਕਸ਼ਨ ਆਫ ਐਕਸਪੈਂਡੀਚਰ ਹੋ ਗਿਆ, ਸਾਨੂੰ ਕੀ ਹੋਈ ਹੈ, ਕਮਾਈ ਹੋਈ ਹੈ। ਠੀਕ ਹੈ ਜੀ। ਅੱਗੇ ਦੇਖੋ ਜੀ, 19ਵੇਂ ਦਾ ਨੋਟ ਦੇਖ ਲਓ ਜੀ। The bidder should not be allowed to remove either whole or in part stores purchased by him until he has paid in full amount of his bid. ਹਾਂਜੀ, ਕਹਿੰਦੇ ਜਦੋਂ ਜਿਹੜਾ ਬੋਲੀ ਲਾ ਰਿਹਾ ਹੈ, ਜਦੋਂ ਤੱਕ ਉਹਨੇ ਪੂਰਾ ਪੈਸਾ ਨਹੀਂ ਜਮ੍ਹਾਂ ਕਰਾਇਆ ਉਦੋਂ ਤੱਕ ਉਹਨੂੰ ਸਟੋਰ ਨੂੰ ਛੇੜਨ ਨਹੀਂ ਦੇਣਾ। ਉਹ ਤੋਂ ਬਾਅਦ ਦੇਖੋ ਅਨੈਕਸ਼ਰ ਡੀ ਸਾਈਕਲਾਂ ਵਾਲਾ, ਵਰਕਸ ਵਾਲਾ ਦੇਖ ਲਓ 16ਵਾਂ। ਆ ਪੜੋ ਜੀ 16.1। The execution of works other than those in the Department of Forest and those in connection with the buildings under the administrative control of the civil departments using them is mainly carried out by the Department of Public Works and is regulated by the rules in the Financial Handbook number 3, Departmental Financial Rules relating to Department of Public Works and Forest, Public Works Department Code and Account Code Volume 3। ਹਾਂਜੀ, ਜਦੋਂ ਵਰਕ ਦੀ ਐਗਜ਼ੀਕਿਊਸ਼ਨ ਹੁੰਦੀ ਹੈ ਨਾ ਕੰਮ ਦੀ, ਤਾਂ ਉਹਨੂੰ ਮੋਸਟਲੀ PWD ਕਰਦਾ। ਹੁਣ ਇਹਦੇ ਰੂਲਸ ਬਣੇ ਹੋਏ ਆ, 3 ਕਿਤਾਬਾਂ ਤੁਸੀਂ ਪਾਰਟ 2 ਚ ਪੜੋਗੇ। DFR ਡਿਪਾਰਟਮੈਂਟ ਆਫ ਫਾਈਨੈਂਸ਼ੀਅਲ ਰੂਲਸ, PWD ਕੋਡਸ, ਅਕਾਊਂਟ ਕੋਡ ਵੋਲਿਊਮ 3। ਠੀਕ ਹੈ, ਅਕਾਊਂਟ ਕੋਡ ਵੋਲਿਊਮ 2 ਹੋ ਗਈ ਤੁਹਾਡੀ, ਹੁਣ ਹੋਈ ਹੈ ਕਿ ਨਹੀਂ ਹੋਈ? ਹੈਗੀ ਤੁਹਾਨੂੰ ਕੋਈ ਬੁੱਕ ਅਕਾਊਂਟ ਕੋਡ ਵੋਲਿਊਮ 2? ਨਹੀਂ ਜੀ, ਪਹਿਲੀ ਪੜ੍ਹੀ ਹੈ ਜੀ। ਪਹਿਲੀ ਪੜ੍ਹੀ ਹੈ? ਕਿਹੜੀ ਪੜ੍ਹੀ ਹੈ ਜੀ? ਅਕਾਊਂਟ ਕੋਡ ਵੋਲਿਊਮ 1 ਕਿਹੜੀ ਹੈ? ਕਿਹਨੇ ਪੜ੍ਹੀ ਹੈ ਅਕਾਊਂਟ ਕੋਡ ਵੋਲਿਊਮ 1? ਇਹ ਨਾ ਸਰ ਅਕਾਊਂਟ ਐਂਡ ਆਡਿਟ ਵਾਲੀ। ਨਹੀਂ ਸਰ, ਸ਼ੁਰੂ ਕਰਵਾਣੀ ਹੈ ਤੁਸੀਂ ਹਲੇ। ਚਲੋ ਛੱਡੋ, ਫਿਰ ਕਰਾਂਗੇ ਡਿਸਕਸ, ਭੁੱਲ ਗਏ ਤੁਸੀਂ। ਚਲੋ ਅੱਗੇ ਆ ਜਾਓ। ਬੀ ਦੇਖੋ ਇਹਦਾ, ਬੀ ਦੇਖ ਲਓ। ਹਾਂ ਬੀ ਦੇਖ ਲਓ, 16.1 ਦਾ ਬੀ। ART ਪੜ੍ਹੀ ਹੈ ਨਾ ਤੁਸੀਂ? ART ਅਕਾਊਂਟਿੰਗ ਰੂਲ ਫॉर ਟ੍ਰੈਜਰੀ। ਮੈਂ ਤੁਹਾਨੂੰ ਕਿਹਾ ਸੀ ਅਕਾਊਂਟ ਕੋਡ ਵੋਲਿਊਮ 2 ਹੈ ਜਿਹੜੀ, ਉਹ ਰੀਪੀਲ ਹੋ ਗਈ, ਹੁਣ ART ਆ ਗਈ। ਉਹਦੇ ਵਿੱਚ ਲਿਖਿਆ ਵੀ ਹੋਇਆ ART ਚ ਐਂਡ ਤੇ, ਲਾਸਟ ਵਾਲਾ ਚੈਪਟਰ। ਚਲੋ ਬੀ ਤੇ ਦੇਖੋ, ਬੀ ਪੜ੍ਹੋ ਜੀ। A competent authority may, subject to such restrictions as it may think fit to impose, assign to the departmental officers concerned the execution of petty works
in connection with the buildings under the administrative control of the Department of Public Works. ਹਾਂਜੀ, ਦੇਖੋ ਜਿਹੜਾ ਪੈਟੀ ਵਰਕ ਹੋਊਗਾ ਉਹ ਡਿਪਾਰਟਮੈਂਟਲ ਆਫੀਸਰ ਨੂੰ ਲਾ ਸਕਦੇ ਜ਼ਿੰਮੇਵਾਰੀ ਉਹਦੀ, ਐਸਡੀਓ ਵਗੈਰਾ ਜਿਹੜੇ ਹੁੰਦੇ ਆ, ਕਿ ਤੁਸੀਂ ਆਪਦੇ ਪੱਧਰ ਤੇ ਕਰਾ ਲਓ। ਅੱਗੇ ਦੇਖੋ ਜੀ, ਸੀ ਨਹੀਂ ਇਹ ਛੱਡ ਦਿਓ, 16.2 ਦੇਖੋ। ਹਾਂਜੀ, ਇਹ ਪੜ੍ਹੋ ਜੀ 16.2। A constructional work of which the estimate cost is to exceed rupees 10,000 should not be entrusted for execution to outside firms or contractors by departments other than the Department of Public Works without previously consulting the Department of Finance. ਹਾਂਜੀ, ਇਹ ਰੂਲ ਹੈ ਪੰਜਾਬ ਫਾਈਨੈਂਸ਼ੀਅਲ ਰੂਲ ਦੇ ਵਿੱਚ ਪਾਤਾ ਵੀ ਜੇ ਕੋਈ ਕੰਸਟਰਕਸ਼ਨਲ ਕੰਮ ਕਰਾਉਣਾ, ਵਰਕ ਕਰਵਾਉਣਾ, ਜਿਹਦਾ ਮੁੱਲ ਹੈ ਜਿਹੜਾ ਉਹ 10,000 ਤੋਂ ਵਧੂਗਾ, ਵੱਧ ਸਕਦਾ, ਜਾਂ ਐਸਟੀਮੇਟ 10,000 ਤੋਂ ਵੱਧਦਾ, ਉਹ ਕਹਿੰਦੇ ਤੁਸੀਂ ਆਊਟਸਾਈਡ ਫਰਮ ਜਾਂ ਕੰਟਰੈਕਟਰ ਨੂੰ ਨਹੀਂ ਦੇਣਾ ਹੈਗਾ। ਠੀਕ ਹੈ, ਕਿਸੇ ਵੀ ਡਿਪਾਰਟਮੈਂਟ ਨੇ, ਪੀਡਬਲਿਊਡੀ ਨੂੰ ਛੱਡ ਕੇ, ਪੀਡਬਲਿਊਡੀ ਦੀ ਗੱਲ ਨਹੀਂ ਕਰ ਰਹੇ ਇੱਥੇ, ਉਹ ਦੇ ਸਕਦੇ ਆ। ਬਾਕੀ ਹੋਰ ਕਿਸੇ ਨੇ ਡਿਪਾਰਟਮੈਂਟ ਨੇ ਦੇਣਾ ਜੇ ਕਿਸੇ ਆਊਟਸਾਈਡ ਫਰਮ ਨੂੰ ਜਾਂ ਕੰਟਰੈਕਟਰ ਨੂੰ ਕੰਮ, ਤਾਂ ਕਹਿੰਦੇ ਫਾਈਨਾਂਸ ਆਫ ਡਿਪਾਰਟਮੈਂਟ ਦੀ ਕੰਸਲਟੇਸ਼ਨ ਪਹਿਲਾਂ ਜ਼ਰੂਰੀ ਹੈ, ਫੇਰ ਹੀ ਤੁਸੀਂ ਦੇ ਸਕਦੇ ਹੋ।